ਸਾਡੇ ਖਾਸ ਮੁਲਾਕਾਤ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਨੇ ਹੌਸਲਾ ਕੀਤਾ ਹੈ ਅਮਰੀਕੀ ਫੌਜ ਦੇ ਵਿੱਚ ਕੰਬੈਟ ਸੋਲਜਰ ਹੋਣ ਦਾ। ਉਹਨੂੰ ਮਾਣ ਹਾਸਲ ਹੋਇਆ ਹੈ ਕਿ ਉਹ ਇੱਥੇ ਟੈਂਕਰ ਚੁਣੀ ਗਈ ਹੈ ਔਰ ਇਹ ਪਹਿਲੀ ਮਹਿਲਾ ਹਿੰਦੁਸਤਾਨੀ ਹੈ ਜਿਹੜੀ ਅਮਰੀਕੀ ਫੌਜ ਦੇ ਵਿੱਚ ਬਤੌਰ ਕੰਬੈਟ ਸੋਲਜਰ ਐਜ਼ ਏ ਟੈਂਕਰ ਜਿਹੜੀ ਸ਼ਾਮਲ ਹੋਈ ਹੈ। ਸਾਡੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਸ੍ਰਿਸ਼ਟੀ ਜਾਖੜ ਨਾਲ ਜੋ ਕਿ ਹਰਿਆਣੇ ਨਾਲ ਸੰਬੰਧ ਰੱਖਦੀ ਹੈ ਔਰ ਬਚਪਨ ਦੇ ਵਿੱਚ ਇੱਥੇ ਆ ਗਈ ਸੀ। ਉਸਨੇ ਆ ਕੇ ਚੁਣਿਆ ਅਮਰੀਕੀ ਫੌਜ ਨੂੰ, ਉਹ ਵੀ ਕੰਬੈਟ ਸੋਲਜਰ ਦੇ ਤੌਰ ਤੇ। ਸ੍ਰਿਸ਼ਟੀ ਤੁਹਾਡਾ PTC ਨਿਊਜ਼ ਵਿੱਚ ਸਵਾਗਤ ਹੈ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਐਜ਼ ਏ ਕੰਬੈਟ ਸੋਲਜਰ ਸਾਰੇ ਮੈਡੀਕਲ ਫੀਲਡਸ ਵੀ ਚਲੇ ਜਾਂਦੇ ਨੇ ਆਰਮੀ 'ਚ ਆ ਕੇ। हाँ जी मैं आई थिंक चूज़ किया सीगा बिकॉज सब तो हट के करना सीगा लाइक जिद्दां तुसीं कहा कि सारे अपने मैडिकल फील्ड च करते हैं और इंजीनियरिंग समथिंग इदा दे करते हैं। सो कोई सीगी नहीं मेरे तो पहला एंड आई होप कि लाइक मेरे तो बाद च भी आन एंड आई डोंट नो I'm stuck. ਇਸ ਫੀਲਡ ਨੂੰ ਕਿੱਦਾਂ ਚੁਣਿਆ ਤੁਸੀਂ? ਸਭ ਤੋਂ ਵੱਡੀ ਗੱਲ ਫੀਲਡ ਨੂੰ ਤਾਂ ਕਰਕੇ ਚੁਣਿਆ ਸੀ ਕਿਉਂਕਿ ਲਾਈਕ ਆਪਣੇ odds ਨਹੀਂ ਹੈਗੇ ਕਿ ਆਪਾਂ ਕਦੇ ਵੀ ਕਿਸੇ ਟੈਂਕਰ ਨੂੰ ਮਿਲਾਂਗੇ। ਲਾਈਕ ਆਪਾਂ ਰੀਅਲ ਸਿਵਿਲੀਅਨ ਲਾਈਫ ਜਿੰਦੇ ਆ ਤਾਂ ਯੂ ਨੋ ਯੂ ਵੁੱਡ ਨੈਵਰ ਮੀਟ ਅ ਟੈਂਕਰ। ਤਾਂ ਫੈਮਿਲੀ 'ਚ ਵੀ ਕੋਈ ਨਹੀਂ ਸੀਗਾ ਪਰ ਫੈਮਿਲੀ ਵੀ ਸਾਰੀ ਲਾਈਕ ਪੁਲਿਸ ਰਿਲੇਟਿਡ ਸੀਗੀ। ਸੋ ਆਈ ਥਿੰਕ ਤਾਂ ਹੀ ਕਰਕੇ ਚੂਜ਼ ਕੀਤਾ ਸੀਗਾ। ਜਦੋਂ ਬਚਪਨ ਦੇ ਵਿੱਚ ਤੁਸੀਂ ਸਟੱਡੀ ਸ਼ੁਰੂ ਕੀਤੀ ਹੋਊਗੀ ਜਾਂ ਤੁਸੀਂ 7 ਤੱਕ ਆ ਕੇ ਬੱਚਾ ਸੋਚਣਾ ਸ਼ੁਰੂ ਕਰ ਦਿੰਦਾ ਕਿ ਮੈਂ ਇਸ ਫੀਲਡ 'ਚ ਅੱਗੇ ਵਧਣਾ, ਉਦੋਂ ਤੁਹਾਡੀ ਸੋਚ ਕੀ ਸੀ? ਉਦੋਂ ਡਾਕਟਰ ਦੀ ਸੀਗੀ। ਇੰਨਾ ਹੀ ਸੋਚਿਆ ਸੀ ਕਿ ਡਾਕਟਰ ਬਣਨਾ ਆ ਲਾਈਕ ਕਾਰਡੀਓਲੋਜਿਸਟ ਬਣਨਾ ਸੀਗਾ। ਉਦੋਂ ਤਾਂ ਮੈਂ ਕਾਰਟ ਵੀ ਕੀਤੀ ਸੀਗੀ ਲਾਈਕ ਅ ਪ੍ਰੋਗਰਾਮ ਜਿਹੜੇ ਮੈਡੀਕਲ ਫੀਲਡ ਦਾ ਹੁੰਦਾ ਆ ਇਨ 9th and 10th grade। ਪਰ ਵੱਡੇ ਹੋ ਕੇ ਸੋਚ ਬਦਲ ਗਈ ਸੀ ਐਂਡ ਆਈ ਸਾ ਲਾਈਕ ਮੋਰ ਆਪਸ਼ਨ ਸੀਗੇ ਮੇਰੇ ਕੋਲ। ਸੋ ਯੂ ਨੋ ਤਾਂ ਕਰਕੇ ਤੇ ਇੱਕਦਮ ਕੰਬੈਟ ਸੋਲਜਰ ਦੇ ਤੌਰ ਤੇ ਜਾਣਾ ਇੱਕ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਜੰਗ ਦੇ ਮਾਹੌਲ ਦੇ ਵਿੱਚ ਤੁਸੀਂ ਚਲੇ ਜਾਣਾ ਹੈਗਾ। ਕਿੱਥੇ ਕਿੱਥੇ ਪੋਸਟਿੰਗ ਹੋਣੀ ਹੈ, ਅਫਗਾਨਿਸਤਾਨ ਹੋ ਸਕਦੀ ਹੈ, ਇਰਾਕ ਹੋ ਸਕਦੀ ਹੈ, ਕਿਤੇ ਵੀ ਹੋ ਸਕਦੀ ਹੈ। ਔਰ ਤੁਸੀਂ ਸੁਣਦੇ ਆ ਰਹੇ ਹੋ ਕਿੱਦਾਂ ਉੱਥੇ ਸੋਲਜਰ ਆਪਣੀ ਜ਼ਿੰਦਗੀ ਬਿਤਾਉਂਦੇ। ਉਦੋਂ ਹੌਸਲਾ ਕਿੱਦਾਂ ਕੀਤਾ ਵੀ ਐਜ਼ ਏ ਕੰਬੈਟ ਸੋਲਜਰ ਮੈਂ ਜੁਆਇਨ ਕਰਾਂ? ਹੌਸਲਾ ਇੰਨਾ ਸੀਗਾ ਕਿ ਜਦੋਂ ਅਸੀਂ ਟ੍ਰੇਨ ਕਰਦੇ ਹਾਂ ਨਾ ਅਸੀਂ ਆਪਣੇ ਲਈ ਟ੍ਰੇਨ ਨਹੀਂ ਕਰਦੇ, ਆਪਣੇ ਜਿਹੜੇ ਰਾਈਟ ਐਂਡ ਲੈਫਟ 'ਚ ਹੁੰਦੇ ਆ ਉਹਨਾਂ ਲਈ ਟ੍ਰੇਨ ਕਰਦੇ ਆਪਾਂ ਕਿ ਆਪਾਂ ਆਪਣੀ ਲਾਈਫ ਨਹੀਂ ਦੇਖਣੀ ਪਹਿਲਾਂ ਜਿਹੜੇ ਆਪਣੇ ਰਾਈਟ ਐਂਡ ਲੈਫਟ ਆ ਉਹਨਾਂ ਦੀ ਦੇਖਣੀ ਆ। ਸੋ ਯੂ ਡੋਂਟ ਫਾਈਟ ਫॉर yourself। ਆਪਾਂ ਕੰਟਰੀ ਲਈ ਫਾਈਟ ਕਰਦੇ ਆ, ਆਪਾਂ ਆਪਣੀ ਜਿਹੜੇ ਬੈਟਲ ਬਡੀਜ਼ ਆ ਉਹਨਾਂ ਲਈ ਫਾਈਟ ਕਰਦੇ ਆ। ਸੋ ਜੇ ਉਹ ਆਪਣੀ ਲਾਈਫ ਦੇਣ ਨੂੰ ਤੁਹਾਡੇ ਲਈ ਤਿਆਰ ਆ ਤਾਂ ਵਾਈ ਨਾਟ ਯੂ। ਆਪਾਂ ਵੀ ਕਰ ਹੀ ਸਕਦੇ ਆ ਯੂ ਨੋ। ਸੋ ਇੱਕ ਮੈਂ ਪੁੱਛਣਾ ਚਾਹੁੰਦਾ ਵੀ ਵਾਟ ਇਜ਼ ਟੈਂਕਰ ਕੀ ਹੈ? ਜਿਹੜਾ ਟੈਂਕਰ ਆਪਣੇ ਅਮਰੀਕਾ ਦੇ ਟੈਂਕ ਹੈਗੇ M1A2 Abrams ਐਂਡ ਦੇ ਆਰ ਦ ਮੇਨ ਬੈਟਲਫੀਲਡ ਟੈਂਕ। ਐਂਡ ਲਾਈਕ ਕਹਿੰਦੇ ਆ ਕਿ ਲਾਈਕ ਆਪਣੇ ਪਲੈਨਟ 'ਤੇ ਸਭ ਤੋਂ ਵਧੀਆ ਟੈਂਕ ਇਹੀ ਆ ਬਿਕਾਜ਼ ਵੀ ਹੈਵ ਲਾਈਕ ਆਈ ਕੈਂਟ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੈ ਜਿਹੜੀ ਦੇ ਨਹੀਂ ਸਕਦੀ ਬਟ ਇਟਸ ਦ ਮੇਨ ਟੈਂਕ। ਹਾਲੇ ਹੈਗਾ ਨਹੀਂ ਕੋਈ ਟੈਂਕ ਦੈਟ ਕੈਨ ਬੀਟ ਦਿਸ ਵਨ। ਅਤੇ ਆਪਾਂ ਲਾਈਕ ਐਜ਼ ਅ ਰਾਈਟ ਨਾਓ ਆਮ ਅ ਡਰਾਈਵਰ ਸੋ ਆਪਾਂ ਡਰਾਈਵ ਕਰਦੇ ਆ ਟੈਂਕ ਬਟ ਨੈਕਸਟ ਸਟੈਪ ਵੁੱਡ ਬੀ ਅ ਲੋਡਰ ਫॉर ਮੀ। ਜੇ ਆਪਾਂ ਰਾਊਂਡ ਹੁੰਦੇ ਆ ਉਹ ਲੋਡ ਕਰਦੇ ਆ ਐਂਡ ਉਹਦੋਂ ਬਾਅਦ ਲਾਈਕ ਟੈਂਕ 'ਚ 4 ਬੰਦੇ ਹੁੰਦੇ ਆ ਡਰਾਈਵਰ, ਲੋਡਰ, ਗਨਰ ਐਂਡ ਟੈਂਕ ਕਮਾਂਡਰ। ਸ਼ੁਰੂ ਹੁੰਦਾ ਡਰਾਈਵਰ ਤੋਂ ਦੈਨ ਲੋਡਰ, ਗਨਰ, ਬਾਅਦ 'ਚ ਟੈਂਕ ਕਮਾਂਡਰ 'ਚ ਹੁੰਦਾ। ਅੱਛਾ ਜੀ, ਟ੍ਰੇਨਿੰਗ ਜਿਹੜੀ ਸੀ ਉਹ ਕਿਸ ਤਰ੍ਹਾਂ ਦੀ ਤੁਹਾਡੀ ਸੀਗੀ ਟ੍ਰੇਨਿੰਗ ਇਹਦੀ? ਟ੍ਰੇਨਿੰਗ ਐਜ਼ ਯੂ ਨੋ ਲਾਈਕ ਆਪਾਂ ਫੋਰਟ ਬੈਨਿੰਗ ਤੋਂ ਗ੍ਰੈਜੂਏਟ ਹੋਏ ਸੀਗੇ। ਉਹ ਬੁੱਕਸ ਦੇ ਹਿਸਾਬ ਨਾਲ ਚੱਲਦੇ ਆ ਜਿਹੜੇ ਪੁਰਾਣੇ ਜ਼ਮਾਨੇ 'ਚ ਸੀਗੇ ਉਹਨਾਂ ਨਾਲ ਚੱਲਦੇ ਆ। ਲਾਈਕ ਉੱਥੇ ਕੋਈ ਇੱਦਾਂ ਨਹੀਂ ਕਿ ਤੁਹਾਨੂੰ ਕਿਸੇ ਗੱਲ 'ਚ ਵੀ ਛੂਟ ਦੇ ਦੇਣਗੇ, ਇੱਦਾਂ ਨਹੀਂ ਹੁੰਦਾ। ਐਵਰੀਥਿੰਗ ਗੋਜ਼ ਐਜ਼ ਇਟ ਵਾਜ਼ ਜਦੋਂ ਪਹਿਲਾਂ ਟ੍ਰੇਨ ਹੁੰਦੇ ਸੀਗੇ। ਸੋ ਇਟ ਵਾਜ਼ ਦ ਹਾਰਡੈਸਟ ਪਲੇਸ ਜਿੱਥੇ ਟ੍ਰੇਨਿੰਗ ਹੁੰਦੀ ਆ ਅਮਰੀਕਾ 'ਚ ਐਂਡ ਇਟਸ ਜਿੱਥੇ ਆਪਣੇ ਕੰਬੈਟ ਸੋਲਜਰ ਟ੍ਰੇਨ ਹੁੰਦੇ ਆ। ਲਾਈਕ ਆਪਣੀ ਇਨਫੈਂਟਰੀ ਹੋ ਗਈ ਉਹ ਵੀ ਉੱਥੇ ਹੁੰਦੀ ਆ ਔਰ ਟੈਂਕਰ, ਕੈਫ ਸਕਰਟਸ ਹੋ ਗਏ ਉਹ ਵੀ ਉੱਥੇ ਹੁੰਦੀ ਆ। ਸੋ ਇਟਸ ਦ ਹਾਰਡੈਸਟ ਪਲੇਸ ਟੂ ਬੀ ਟ੍ਰੇਨਡ ਐਟ। ਔਰ ਦੂਸਰੀ ਗੱਲ ਹੈ ਵੀ ਜਦੋਂ ਤੁਹਾਨੂੰ ਆਰਮੀ ਦੇ ਵਿੱਚ ਜੁਆਇਨ ਕਰਨਾ ਸੀ ਕੋਈ ਮੁਸ਼ਕਿਲਾਂ ਵੀ ਆਈਆਂ? ਜਿੱਦਾਂ ਕਿ ਮੈਨੂੰ ਪਤਾ ਲੱਗਿਆ ਘਰੋਂ ਵੀ ਵੇਟ ਕਰਕੇ ਕਾਫੀ ਪ੍ਰੋਬਲਮ ਆਈ ਸੀ। ਜੀ ਮੈਂ ਪਹਿਲਾਂ ਓਵਰਵੇਟ ਹੁੰਦੀ ਸੀਗੀ ਆਈ ਥਿੰਕ ਅਬਾਊਟ 25 pounds ਅਤੇ ਉਹ ਵੀ ਲੂਜ਼ ਕਰਨਾ ਔਖਾ ਸੀਗਾ। ਮੰਮਾ ਇੱਥੇ ਸੀਗੇ ਨਹੀਂ, ਮੰਮਾ ਇੰਡੀਆ 'ਚ ਸੀਗੇ ਪਹਿਲਾਂ, ਮੰਮਾ ਹੁਣੇ ਆਏ ਸੀ। ਸੋ ਡੈਡੀ ਕੰਮ 'ਤੇ ਹੁੰਦੇ ਸੀ, ਵੱਡੇ ਭਰਾ ਹੈਗੇ ਮੇਰੇ ਬਟ ਹੀ ਵਾਜ਼ ਵਰਕਿੰਗ ਟੂ। ਸੋ ਪੜ੍ਹਾਈ ਵੀ ਹੁੰਦੀ ਸੀ ਨਾਲ ਦੀ ਨਾਲ ਅਤੇ ਹੈਲਥ ਦੀ ਕੇਅਰ ਨਹੀਂ ਕਰ ਹੋਈ। ਸੋ ਮੈਂ ROTC ਕੀਤੀ ਸੀਗੀ ਫ੍ਰਿਜ਼ਨੋ ਸਟੇਟ ਤੋਂ ਫॉर ਅਬਾਊਟ 4 months 3 to 4 months ਅਤੇ ਉੱਧਰ ਵੇਟ ਹੋਇਆ ਸੀਗਾ ਲੂਜ਼ ਕਿਉਂਕਿ ਆਪਾਂ PT ਕਰਦੇ ਸੀ ਐਵਰੀ ਮੋਰਨਿੰਗ a lot of running 4-5 miles every day. I think that's how I controlled it. ਪਰ ਉੱਥੇ ਜਾ ਕੇ ਹੋਰ ਵੀ ਹੋ ਗਿਆ
ਬਿਕਾਜ਼ ਉੱਥੇ ਆਪਾਂ ਵਾਕ ਕਰਨਾ ਅਲਾਉਡ ਨਹੀਂ ਸੀਗਾ ਫਸਟ 3 ਵੀਕਸ ਆਪਾਂ ਸਿਰਫ ਰਨਿੰਗ ਕਰ ਸਕਦੇ ਸੀ ਜੇ ਤੁਸੀਂ ਡਰਿਲ ਸਰਜਨ ਸਾਨੂੰ ਦੇਖ ਲੈਂਦੇ ਸੀ ਵਾਕ ਕਰਦੇ ਹੋਏ ਤਾਂ ਇਟ ਵਾਜ਼ ਅ ਬਿਗ ਪਨਿਸ਼ਮੈਂਟ ਫॉर ਅਸ ਯੂ ਨੋ ਅੱਛਾ ਫਿਰ ਟ੍ਰੇਨਿੰਗ ਦੇ ਵਿੱਚ ਸਵੇਰੇ ਪੀਟੀ ਤੇ ਜਾਣਾ ਟਾਈਮ ਨਾਲ ਉੱਠਣਾ ਉਹ ਕਿਸ ਤਰ੍ਹਾਂ ਦਾ ਇੱਕ ਐਕਸਪੀਰੀਅੰਸ ਸੀਗਾ ਹਾਂਜੀ ਸਾਨੂੰ ਲਾਈਕ ਪਹਿਲਾਂ ਸ਼ੁਰੂ 'ਚ ਪਹਿਲਾ ਵੀਕ ਹੁੰਦਾ ਰਿਸੈਪਸ਼ਨ ਦਾ ਉੱਥੇ ਆਪਾਂ ਸਿਰਫ ਲਾਈਕ ਪ੍ਰੋਸੈਸਿੰਗ ਹੁੰਦੇ ਆ ਐਂਡ ਦੈਨ ਨੈਕਸਟ ਵੀਕ ਆਪਾਂ ਨੂੰ ਬੇਸਿਕ ਟ੍ਰੇਨਿੰਗ 'ਤੇ ਭੇਜਦੇ ਆ ਉੱਥੇ ਸੋ ਫਰਸਟ ਡੇ ਇਜ਼ ਦੇ ਕਾਲ ਇਟ ਦ ਲਿਵਿੰਗ ਹਿਲ that's what they say and ਆਪਾਂ ਨੂੰ ਸਵੇਰੇ ਉਠਾਉਂਦੇ ਹੁੰਦੇ ਸੀ ਲਾਈਕ 4 ਵਜੇ ਉਠਾਉਂਦੇ ਹੁੰਦੇ ਸੀ ਕਦੇ 3:30 ਉਠਾਉਂਦੇ ਹੁੰਦੇ ਸੀ ਏਅਰ ਹੌਰਨ ਲੈ ਕੇ ਆਉਂਦੇ ਹੁੰਦੇ ਸੀ ਵਿਸਲਾਂ ਲੈ ਕੇ ਆਉਂਦੇ ਹੁੰਦੇ ਸੀ ਅਤੇ ਆਪਣੇ ਵਾਲ 'ਤੇ ਲਾਈਕ ਮੁੱਕੇ ਮਾਰਦੇ ਹੁੰਦੇ ਸੀ ਲਾਈਕ ਉਠੋ ਲਾਈਕ ਰੈਡੀ ਲਾਈਨ ਹੁੰਦੀ ਸੀ ਸਾਡੀ ਉੱਧਰ ਕਰਦੇ ਹੁੰਦੇ ਸੀ ਸੋ ਲਾਈਕ 15-20 ਮਿੰਟ ਸਾਨੂੰ ਸਮੋਕ ਕਰਦੇ ਹੁੰਦੇ ਸੀ ਪੂਰਾ ਐਂਡ ਦੈਨ ਆਫਟਰ ਦੈਟ ਕਹਿੰਦੇ ਹੁੰਦੇ ਸੀ ਤੁਹਾਡੇ ਕੋਲ 5 ਮਿੰਟ ਆ ਫੋਰਮੇਸ਼ਨ 'ਤੇ ਆਉਣਾ ਲਾਈਕ ਇਨ ਯੂਰ PTs ਲਾਈਕ ਆਪਣੇ ਬਾਲ ਵੀ ਵੱਡੇ ਆ ਬਾਲ ਵੀ ਬੰਨ੍ਹੇ ਹੁੰਦੇ ਸੀ ਪਹਿਲਾਂ ਲਾਈਕ ਯੂ ਨੋ ਦੇ ਹੈਵ ਅ ਸਰਟਨ ਵੇ ਜਿੱਦਾਂ ਕਰਦੇ ਆ ਐਂਡ ਫੋਰਮੇਸ਼ਨ ਲਈ 5 ਮਿੰਟ ਦਿੰਦੇ ਹੁੰਦੇ ਸੀ ਯੂ ਨੋ 5 ਮਿੰਟ 'ਚ ਨਹੀਂ ਹੁੰਦਾ ਸੀ ਸੋ ਉਹ ਵਾਪਸ ਆਉਂਦੇ ਹੁੰਦੇ ਸੀ everything all over again ਤੇ ਬਾਅਦ 'ਚ ਫਿਰ 10 ਮਿੰਟ ਦਿੰਦੇ ਹੁੰਦੇ ਸੀ so it was hard in the beginning ਸੋ ਇਹ ਸੀ ਸ੍ਰਿਸ਼ਟੀ ਜਾਖੜ ਇਹਨਾਂ ਨਾਲ ਗੱਲਬਾਤ ਆਪਣੀ ਇਸੇ ਤਰ੍ਹਾਂ ਜਾਰੀ ਰਹੇਗੀ ਇੱਕ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਲੈਣ ਦਾ ਬ੍ਰੇਕ ਤੋਂ ਬਾਅਦ ਇਹਨਾਂ ਦੇ ਕੈਰੀਅਰ ਬਾਰੇ ਇਹਨਾਂ ਦੇ ਅਗਲੇ ਫਿਊਚਰ ਪਲਾਨਸ ਬਾਰੇ ਇਹਨਾਂ ਦੀ ਫੈਮਿਲੀ ਬਾਰੇ ਗੱਲਬਾਤ ਕਰਾਂਗੇ ਤਦ ਤੱਕ ਕਿਤੇ ਜਾਈਓ ਨਾ ਜਲਦੀ ਮੁੜ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸ੍ਰਿਸ਼ਟੀ ਜਾਖੜ ਜੋ ਕਿ ਫਸਟ ਫੀਮੇਲ ਇੰਡੀਅਨ ਫੀਮੇਲ ਜਿਹੜੀ ਹੈ ਕੰਬੈਟ ਸੋਲਜਰ ਬਣੀ ਹੈ ਔਰ ਟੈਂਕਰ ਵਜੋਂ ਇਹਦੀ ਚੋਣ ਹੋਈ ਹੈ US ਆਰਮੀ ਦੇ ਵਿੱਚ ਉਹਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਇਸ ਵਾਰ ਉਹਦੇ ਨਾਲ ਗੱਲ ਕਰਾਂਗੇ ਉਹਦੇ ਬਚਪਨ ਬਾਰੇ ਕਿੱਦਾਂ ਦੇ ਬਚਪਨ ਉਹਦਾ ਗੁਜ਼ਰਿਆ ਕਿੱਦਾਂ ਦੀ ਉਹਦੀ ਸਟੱਡੀ ਸੀਗੀ ਕਿੱਥੇ ਸਟੱਡੀ ਕੀਤੀ ਹੈ ਔਰ ਹੁਣ ਇਹਨੇ ਜੇ ਕੰਬੈਟ ਜੁਆਇਨ ਕੀਤੀ ਹੈ ਤੇ ਕੀ ਮਕਸਦ ਲੈ ਕੇ ਜੁਆਇਨ ਕੀਤੀ ਹੈ ਸ੍ਰਿਸ਼ਟੀ ਇਹ ਸਭ ਤੋਂ ਵੱਡੀ ਗੱਲ ਹੈ ਹੁਣ ਮੈਂ ਬਚਪਨ ਤੇ ਆਉਣਾ ਤੁਹਾਡਾ ਬਚਪਨ ਕਿੱਥੇ ਬੀਤਿਆ ਬਚਪਨ ਮੈਂ ਬੋਰਨ ਇੰਡੀਆ ਦੀ ਹਾਂ ਫਤਿਹਬਾਦ ਹਰਿਆਣਾ ਤੋਂ ਐਂਡ ਉੱਥੇ ਹੀ ਮੈਂ ਸਕੂਲ ਗਈ ਸੀਗੀ ਆਪਣੀ DAV SBP DAV ਸਕੂਲ ਉੱਧਰ ਤੱਕ ਮੈਂ 6 ਕੀਤੀ ਸੀਗੀ ਐਂਡ 6 'ਚ ਆਪਾਂ ਇੱਥੇ ਆਏ ਸੀਗੇ ਡੈਡੀ ਮੂਵ ਹੋਏ ਸੀ ਪਹਿਲਾਂ ਉਹ ਤੋਂ ਬਾਅਦ ਆਪਾਂ ਆਏ ਸੀਗੇ ਭਰਾ ਨਾਲ ਐਂਡ ਆਈ ਓਨਲੀ ਹੈਵ 1 ਬ੍ਰਦਰ ਵੱਡਾ ਭਰਾ ਹੈਗਾ ਇੱਕ ਤੇ ਇੱਥੇ ਆ ਕੇ ਸਟੱਡੀ ਫਿਰ 7 ਤੋਂ ਸਟੱਡੀ ਇੱਥੇ ਆ ਕੇ ਸ਼ੁਰੂ ਕੀਤੀ ਹੈ ਕਿੱਦਾਂ ਹੋਇਆ ਇੱਥੇ ਫਿਰ ਨਹੀਂ ਮੈਨੂੰ ਇੱਥੇ ਇਹਨਾਂ ਨੇ 6 'ਚ ਲਿੱਤਾ ਸੀਗਾ ਕਿਉਂਕਿ ਇੰਡੀਆ ਦਾ ਸਕੂਲ ਡਿਫਰੈਂਟ ਹੁੰਦਾ ਇੱਧਰ ਦਾ ਡਿਫਰੈਂਟ ਸੀਗਾ ਸੋ ਮੈਨੂੰ 6 ਤੇ 7 ਦੋਨੋਂ ਇਕੱਠੀ ਕਰਨੀ ਪਈ ਸੀਗੀ ਪਹਿਲਾਂ ਲੈਂਗੁਏਜ ਦੀ ਵੀ ਬਹੁਤ ਪ੍ਰੋਬਲਮ ਆਈ ਸੀਗੀ ਆਪਾਂ ਲਾਈਕ ਪਿੰਡ ਦੇ ਨਾਲ ਹੀ ਰਹਿੰਦੇ ਹਾਂ ਤਾਂ ਉੱਥੇ ਕਿਹੜੀ ਇੰਗਲਿਸ਼ ਬੋਲਦੇ ਸੀਗੇ ਸੋ ਬਹੁਤ ਪ੍ਰੋਬਲਮ ਆਈ ਸੀਗੀ ਸ਼ੁਰੂ 'ਚ ਸਕੂਲ ਦੀ ਵੀ ਲਾਈਕ ਐਕਸੈਂਟ ਦੂਜੇ ਇੱਧਰ ਦਾ ਬਹੁਤ ਪ੍ਰੋਬਲਮ ਆਈ ਸੀ ਬਟ ਕਰ ਲਿਆ ਸੀ ਹੌਲੀ ਐਂਡ ਦੈਨ 8 'ਚ ਇੱਥੇ ਆ ਕੇ ਮੈਂ ਟੌਪ ਵੀ ਕੀਤਾ ਸੀਗਾ ਲਾਈਕ ਇਨ ਹੋਲ ਸਟੇਟ ਨਵੈਡਾ 'ਚ ਰਹਿੰਦੇ ਸੀ ਆਪਾਂ ਪਹਿਲਾਂ ਇੱਥੇ ਏਸੈਂਟ ਦੀ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਤਾਂ ਵੀ ਆਪਾਂ ਟੌਪ ਕੀਤਾ ਇੱਥੇ ਹਾਂਜੀ ਕਿਉਂਕਿ ਸਟੱਡੀਜ਼ 'ਚ ਪਤਾ ਨਹੀਂ ਪਹਿਲਾਂ ਕੀ ਹੁੰਦਾ ਸੀ ਮੰਮਾ ਦੱਸਦੇ ਹੁੰਦੇ ਸੀ ਜਦੋਂ ਮੈਂ ਛੋਟੀ ਹੁੰਦੀ ਸੀ ਸਕੂਲੋਂ ਆ ਕੇ ਮੈਂ ਖਾਣਾ ਨਹੀਂ ਸੀ ਖਾਂਦੀ ਚੇਂਜ ਨਹੀਂ ਸੀ ਕਰਦੀ ਹੁੰਦੀ ਮੈਂ ਪਹਿਲਾਂ ਕੰਮ ਕਰਦੀ ਹੁੰਦੀ ਸੀ ਸਾਰਾ ਸਕੂਲ ਦਾ ਐਂਡ ਆਈ ਥਿੰਕ ਉਹੀ ਇੱਥੇ ਲਾਈਕ ਬ੍ਰੌਟ ਅਪ ਕੀਤਾ ਮੈਂ ਐਂਡ ਤਾਂ ਕਰਕੇ ਆਪਾਂ ਟੌਪ ਕੀਤਾ ਸੀ ਐਂਡ ਦੈਨ ਪ੍ਰੈਜ਼ੀਡੈਂਟ ਓਬਾਮਾ ਤੋਂ ਵੀ ਆਈ ਗਾਟ ਉਹਨਾਂ ਨੇ ਅਵਾਰਡ ਭੇਜਿਆ ਸੀ ਇੱਥੇ ਸਕੂਲ 'ਚ ਨਵਾਡਾ ਰਹਿੰਦੇ ਸੀ ਜਦੋਂ ਸਿਲਵਰਲੈਂਡ ਮਿਡਲ ਸਕੂਲ 'ਚ ਕੀਤਾ ਸੀ ਨਾ ਹੀ ਸੈਡ ਦੈਟ ਨਾਲੇ ਆਪਣੀ ਯੂਨੀਵਰਸਿਟੀ ਆਫ ਰੀਨੋ ਨਵਾਡਾ ਤੋਂ ਆਫਰ ਆਇਆ ਸੀਗਾ ਕਿ ਮੈਂ ਕਾਲਜ ਉਸੇ ਵੇਲੇ ਜੁਆਇਨ ਕਰ ਸਕਦੀ ਸੀਗੀ ਐਂਡ ਮੈਂ ਗਈ ਵੀ ਸੀਗੀ ਉੱਧਰ ਮਤਲਬ ਕਾਫੀ ਇੰਟੈਲੀਜੈਂਟ ਰਹੇ ਹਾਂਜੀ ਅਤੇ ਉੱਧਰ ਉਹ ਵੀ ਕੀਤਾ ਪਰ ਬਾਅਦ 'ਚ ਡੈਡੀ ਨੇ ਪਲਾਨ ਕੀਤਾ ਕਿ ਕੈਲੀਫੋਰਨੀਆ ਮੂਵ ਹੋਣਾ ਆ ਤਾਂ ਉਹ ਸਾਰਾ ਕੁਛ ਪਲਾਨ ਚੇਂਜ ਹੋ ਗਿਆ ਸੀਗਾ ਉਦੋਂ ਅੱਛਾ ਸਕਾਲਰਸ਼ਿਪ ਵੀ ਆਫਰ ਹੋਇਆ ਮੈਨੂੰ ਇਹ ਵੀ ਪਤਾ ਲੱਗਾ ਤੁਹਾਨੂੰ ਸਕਾਲਰਸ਼ਿਪ ਆਫਰ ਹੋਇਆ ਸੀਗਾ ਹਾਂਜੀ ਮੈਨੂੰ $60,000 ਸਕਾਲਰਸ਼ਿਪ ਦਾ ਆਫਰ ਆਇਆ ਸੀਗਾ ਪਹਿਲਾਂ ਆਰਮੀ 'ਚ ਕਿਉਂਕਿ ਮੈਂ ਪਹਿਲਾਂ ਰਿਕਰੂਟਰ ਨਾਲ ਗੱਲ ਕੀਤੀ ਸੀ ਹਾਈ ਸਕੂਲ 'ਚ ਬਟ ਫੈਮਿਲੀ ਨੂੰ ਆਈਡੀਆ ਵਧੀਆ ਨਹੀਂ ਲੱਗਿਆ ਆਰਮੀ 'ਚ ਜਾਣਾ ਯੂ ਨੋ ਪਰ ਮੇਰਾ ਪਹਿਲਾਂ ਤੋਂ ਸ਼ੁਰੂ ਤੋਂ ਹੀ ਸੀਗਾ ਕਿ ਛੋਟੇ ਹੁੰਦੇ ਤਾਂ ਹਾਂ ਡਾਕਟਰ ਬਣਨਾ ਆ ਪਰ ਪਤਾ ਨਹੀਂ ਸੀਗਾ ਇੰਨਾ ਚੋਇਸਿਸ ਨਹੀਂ ਸੀਗੀ ਅੱਗੇ ਆ ਕੇ ਪਤਾ ਲੱਗਿਆ ਸੋ ਬਾਅਦ 'ਚ ਦੇਖਿਆ ਉਹਨਾਂ ਨੇ ਸਕਾਲਰਸ਼ਿਪ ਵੀ ਦੇ ਸਕਦੇ ਆ ਤਾਂ ਡੈਡੀ ਨਾਲ ਗੱਲ ਕੀਤੀ ਡੈਡੀ ਕਹਿੰਦੇ ਕਿ ਚੱਲ ਦੇਖ ਲੈ ਹੁਣ ਮਰਜ਼ੀ ਤੇਰੀ ਬਟ ਦੇਰ ਵਰ ਅਦਰ ਫੈਮਿਲੀ ਮੈਂਬਰਸ ਉਹਨਾਂ ਦਾ ਅਪਰੂਵਲ ਨਹੀਂ ਸੀਗਾ ਯੂ ਨੋ ਮਤਲਬ ਵੱਡਾ ਇੱਕ ਸਟੈਪ ਸੀਗਾ ਇਹ ਵੀ ਕੰਬੈਟ ਸੋਲਜਰ ਵਜੋਂ ਹਾਂਜੀ ਉਦੋਂ ਪਤਾ ਨਹੀਂ ਸੀਗਾ ਨਾ ਉਹਦਾ ਸਿਰਫ ਇਹੀ ਪਲਾਨ ਸੀਗਾ ਕਿ ਆਪਾਂ ਡਾਕਟਰ ਕਰ ਲਾਂਗੇ ਆਰਮੀ ਦੇ ਥਰੂ ਬਟ ਦੈਨ ਦੇਖਿਆ ਕਿ ਹਾਂ ਆਪਣੇ ਇੰਡੀਅਨਸ ਜਾਂਦੇ ਹੀ ਆਹੀ ਚੀਜ਼ 'ਚ ਹੈਗੇ ਆ they don't like they need some type of motivation ਕਿ ਆਪਾਂ ਆ ਕਰ ਸਕਦੇ ਆ ਜਿਹੜੇ ਹੋਰ ਵੀ ਕਰ ਸਕਦੇ you know like ਮੁੰਡੇ ਕਰ ਸਕਦੇ ਜਿਹੜੇ so why not females
ਜਿੱਦਾਂ ਹੁਣ ਮੈਂ ਗ੍ਰੈਜੂਏਟ ਹੋਈ ਹਾਂ ਕੰਪਨੀ 'ਚ 180 ਮੇਲਸ ਸੀਗੇ ਐਂਡ 15 ਤੋਂ ਸ਼ੁਰੂ ਹੋਈਆਂ ਸੀਗੀ ਫੀਮੇਲਸ ਬਟ ਓਨਲੀ 7 ਗ੍ਰੈਜੂਏਟਡ ਕਿਉਂਕਿ ਆਪਣੇ ਹਿਪਸ ਕਮਜ਼ੋਰ ਹੁੰਦੇ ਆ ਅਤੇ ਹਿਪਸ ਕਈਆਂ ਦੇ ਟੁੱਟ ਗਏ ਸੀਗੇ ਉੱਥੇ ਜਾਂ ਈਵਨ ਮੇਰੀ ਐਂਕਲ ਵੀ ਟੁੱਟੀ ਸੀਗੀ ਆਪਾਂ ਰੋਪ ਕਲਾਈਮ ਕਰਦੇ ਸੀ ਨਾ ਆਈ couldn't grip it so ਥੱਲੇ ਡਿੱਗ ਗਈ ਸੀਗੀ ਉਦੋਂ ਐਂਡ it was hard but I mean ਹਟ ਕੇ ਕਰਨਾ ਸੀਗਾ ਕੁਛ so ਅੱਛਾ ਤੇ ਦੂਸਰੀ ਗੱਲ ਆ ਹੁਣ ਜਿਹੜਾ ਅਗਲਾ ਫਿਊਚਰ ਪਲਾਨ ਕੀ ਹੈਗਾ ਅਗਲਾ ਫਿਊਚਰ ਜੇ ਮੈਨੂੰ ਆਰਮੀ 'ਚ ਵਧੀਆ ਲੱਗਿਆ ਐਵਰੀਥਿੰਗ ਕਿਉਂਕਿ ਅਗਲੇ ਸਾਲ ਮੇਰੀ ਡਿਪਲੋਇਮੈਂਟ ਵੀ ਆ ਗਈ ਆ ਯੂ ਨੋ ਹੁਣੇ ਗ੍ਰੈਜੂਏਟ ਹੋਈ ਅਤੇ ਅਗਲੇ ਸਾਲ ਡਿਪਲੋਇਮੈਂਟ ਵੀ ਆ ਗਈ ਸੋ ਦੇਖਦੇ ਆ ਜੇ ਪਸੰਦ ਆਉਂਦੀ ਆ ਦੈਨ ਅੱਗੇ ਰੀਕੋਂਟਰੈਕਟ ਕਰ ਲੈਣਾ ਮੈਂ ਜੇ ਨਹੀਂ ਆਉਂਦੀ ਦੈਨ ਆਮ ਸਟਿਲ ਗੋਨਾ ਸਕੂਲ ਵੀ ਜਾਣਾ ਹੀ ਆਪਾਂ ਪਰ ਕ੍ਰਿਮੀਨੋਲੋਜੀ ਲਈ ਜਾਣਾ ਆ ਆਈ ਵਾਂਟ ਟੂ ਗੈਟ ਮਾਸਟਰਸ ਇਨ ਕ੍ਰਿਮੀਨੋਲੋਜੀ ਅਤੇ ਫਿਰ ਆ ਕੇ ਮਾਈ ਪਲਾਨ ਇਜ਼ ਟੂ ਗੋ ਟੂ FBI ਹਾਂਜੀ ਅੱਛਾ ਜੇ ਆਰਮੀ 'ਚ ਅੱਗੇ ਕੈਰੀ ਔਨ ਨਹੀਂ ਹੁੰਦਾ ਮਤਲਬ ਜਿੰਨਾ ਤੁਹਾਡਾ ਅੱਛਾ ਇਹ ਕੰਟਰੈਕਟ ਹੈ ਕੀ ਸਿਸਟਮ ਹੈ ਇਹਦਾ ਆਪਾਂ ਕੰਟਰੈਕਟ ਸਾਈਨ ਕਰਦੇ ਹੁੰਦੇ ਆ ਮੇਰਾ 3 years and 17 weeks ਦਾ ਐਕਟਿਵ ਡਿਊਟੀ ਦਾ ਹੈਗਾ ਐਂਡ ਟੋਟਲ ਮੇਰਾ 8 years ਦਾ ਹੈਗਾ ਉਹਦੇ ਬਾਅਦ ਰਿਜ਼ਰਵ ਕਿ ਆਪਾਂ ਲਾਈਕ ਹਫਤੇ 'ਚ ਇੱਕ ਵਾਰੀ ਜਾਣਾ ਹੁੰਦਾ ਮਹੀਨੇ 'ਚ 2 ਵਾਰੀ ਜਾਣਾ ਹੁੰਦਾ ਓਕੇ ਹਾਂਜੀ ਤੇ ਨਹੀਂ ਉਸ ਤੋਂ ਬਾਅਦ ਤੁਸੀਂ ਆਰਮੀ ਛੱਡ ਕੇ ਪ੍ਰਾਈਵੇਟ ਸਰਵਿਸ ਜਾਂ ਕੋਈ ਹੋਰ ਫੀਲਡ ਵਿੱਚ ਵੀ ਜਾ ਸਕਦੇ ਪ੍ਰਾਈਵੇਟ ਤਾਂ ਨਹੀਂ ਮੈਂ ਕਰਨਾ ਗਵਰਨਮੈਂਟ ਲਈ ਆ ਬਿਕਾਜ਼ ਬੈਨੀਫਿਟ ਬਹੁਤ ਹੈਗੇ ਆਪਾਂ ਨੂੰ ਲਾਈਕ ਰਾਈਟ ਨਾਓ housing is free, food is free, you know, like, and all the benefits that you get, everything, and then on top you get to serve for your country, which is great. I mean, ਜਿੱਥੇ ਨਹੀਂ ਆਉਂਦੇ ਸੀ ਫਿਰ ਕਿਹੜਾ ਆਪਾਂ ਕੁਛ ਕਰਨਾ ਸੀਗਾ ਉੱਥੇ ਹੀ ਰਹਿ ਜਾਣਾ ਸੀ ਜਿੱਥੇ ਸਾਰੇ ਰਹਿੰਦੇ ਆ so after this I know we don't have ਆਪਣੇ ਹੈਗੇ ਨਹੀਂ ਇੰਨੇ FBI 'ਚ ਵੀ ਇੱਥੇ ਨਹੀਂ ਹੈਗੇ ਆ but like ਇੰਨੇ ਨਹੀਂ you know and that as well as California Highway Patrol ਅੱਛਾ ਕੈਲੀਫੋਰਨੀਆ ਹਾਈਵੇ ਅੱਛਾ ਇੱਕ ਗੱਲ ਹੋਰ ਆ ਵੀ ਜਿੱਦਾਂ ਤੁਸੀਂ ਕਹਿੰਦੇ ਵੀ ਪੇਰੈਂਟਸ ਦਾ ਮਨ ਨਹੀਂ ਸੀਗਾ ਹਾਂਜੀ ਪੇਰੈਂਟਸ ਨੇ ਕਿੱਦਾਂ ਤੁਸੀਂ ਕਿੱਦਾਂ ਮਨਾਇਆ ਪੇਰੈਂਟਸ ਨੂੰ ਇਹ ਵੀ ਬੜਾ ਇੱਕ ਨਾ ਟੈਕਟਫੁਲ ਤਰੀਕਾ ਹੀ ਹੋਣਾ ਹਾਂਜੀ ਡੈਡੀ ਤਾਂ ਕਹਿੰਦੇ ਸੀ ਨਹੀਂ ਆਪਾਂ ਤਾਂ ਸਾਰਿਆਂ ਨੂੰ ਦੱਸਿਆ ਹੋਇਆ ਕਿ ਤੂੰ ਡਾਕਟਰ ਹੀ ਬਣਨਾ ਆ ਬਟ ਦੈਨ ਉਹਦਾ ਨਿੱਕੇ ਹੁੰਦੇ ਕਿਹਾ ਸੀਗਾ ਮੈਂ ਕਿ ਹਾਂ ਡਾਕਟਰ ਬਣ ਜਾਣਾ ਆ ਮੇਰੇ ਦਾਦਾ ਜੀ ਵੀ ਕਹਿੰਦੇ ਸੀ ਨਾ ਤੂੰ ਡਾਕਟਰ ਬਣਨਾ ਤੂੰ ਮੇਰਾ ਇਲਾਜ ਕਰੀ ਕਿਉਂਕਿ ਉਹ ਬਿਮਾਰ ਰਹਿੰਦੇ ਸੀ ਪਰ ਦੈਨ ਮੈਂ ਲਾਈਕ ਸ਼ੋਅ ਦੇਖਦੀ ਰਹਿੰਦੀ ਸੀ ਕ੍ਰਿਮੀਨੋਲੋਜੀ ਵਾਲੇ ਲਾਈਕ ਫਰਸਟ 48 ਔਰ CSI Miami and stuff ਸੋ ਮੇਰਾ ਧਿਆਨ ਉੱਧਰ ਨੂੰ ਚੱਲ ਗਿਆ ਸੀ ਬਟ ਪੇਰੈਂਟਸ ਨੂੰ ਨਹੀਂ ਵਧੀਆ ਲੱਗਿਆ ਪਰ ਹੌਲੀ ਹੌਲੀ ਮੰਨ ਗਏ ਸੀਗੇ ਉਹ ਵੀ ਨਾ ਮੰਮਾ ਕਹਿੰਦੇ ਸੀ ਜੇ 'ਚ ਤੇਰੀ ਖੁਸ਼ੀ ਆ ਉਹਦੇ 'ਚ ਹੀ ਸਾਡੀ ਖੁਸ਼ੀ ਆ ਫਿਰ ਮਦਰ ਦਾ ਦਿਲ ਜਿਹੜਾ ਹੁੰਦਾ ਨਾ ਮਾਂ ਦਾ ਦਿਲ ਹਮੇਸ਼ਾ ਆਪਣੇ ਬੱਚੇ ਨੂੰ ਲੈ ਕੇ ਬੜਾ ਹੈ ਨਾ ਅਤੇ ਜਦੋਂ ਕੰਬੈਟ ਸੋਲਜਰ ਵਜੋਂ ਐਜ਼ ਏ ਟੈਂਕਰ ਵਜੋਂ ਜੁਆਇਨ ਕਰਨ ਮਾਂ ਦੇ ਦਿਲ ਨੂੰ ਤਾਂ ਹੌਲ ਪੈਂਦਾ ਹੋਣਾ ਹਾਂਜੀ ਮੰਮਾ ਰੋਏ ਸੀ ਜਦੋਂ ਮੈਂ ਘਰ ਆਈ ਸੀਗੇ ਨਾ ਮੈਂ ਮੰਮਾ ਨੂੰ ਪਹਿਲਾਂ ਦੱਸਿਆ ਨਹੀਂ ਸੀਗਾ ਕਿ ਮੈਂ ਕਿਹੜੀ ਜੋਬ ਪਿਕ ਕੀਤੀ ਅਤੇ ਘਰ ਆ ਕੇ ਮੰਮਾ ਕਹਿੰਦੇ ਹਾਂ ਫਿਰ ਕੀ ਬਣਿਆ ਮੈਂ ਕਿਹਾ ਮੰਮਾ ਮੈਂ ਟੈਂਕ ਦੀ ਕੀਤੀ ਮੰਮਾ ਕਹਿੰਦੇ ਮਜ਼ਾਕ ਨਾ ਕਰ ਮੇਰੇ ਨਾਲ ਮੈਂ ਕਿਹਾ ਨਹੀਂ ਮੰਮੀ ਸੱਚੀ ਫਿਰ ਮੰਮਾ ਰੋਣ ਲੱਗ ਗਏ ਸੀ ਮੈਂ ਕਿਹਾ ਇੱਦਾਂ ਥੋੜ੍ਹੀ ਨਾ ਕਰਨਾ ਲਾਈਕ ਹੋਰ ਵੀ ਤਾਂ ਕਰਦੇ ਹੀ ਆ ਆਈ ਮੀਨ ਜਿਹੜੇ ਸਾਡੇ ਡਰੋ ਸਰਜਨਸ ਉਹ ਵੀ ਟੈਂਕਰ ਹੀ ਆ ਜਿਹੜੇ ਸਾਡੇ ਟੈਂਕ ਕਮਾਂਡਰ ਆ ਲਾਈਕ ਐਵਰੀ ਯੂ ਨੋ ਇੱਦਾਂ ਥੋੜ੍ਹੀ ਨਾ ਕਿ ਆਪਾਂ ਕੰਬੈਟ ਜੋਬ ਚੂਜ਼ ਕੀਤੀ ਹੈ ਤਾਂ ਇਟਸ ਨਾਟ ਦੈਟ you're gonna go in and something's gonna happen to you ਜੇ ਆਪਾਂ ਪੂਰੀ ਵਧੀਆ ਨਾਲ ਲਾਈਕ ਇਫ ਯੂ ਗੈਟ ਟ੍ਰੇਨਿੰਗ ਵਧੀਆ ਹੋਈ ਹੈ ਤਾਂ ਆਪਾਂ ਅੱਗੇ ਜਾ ਕੇ ਵਧੀਆ ਹੀ ਲੜਨਾ ਆ ਸੋ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਫੀਮੇਲ ਇੰਡੀਅਨ ਫੀਮੇਲ ਆ ਜਿਹੜੀ ਭਾਰਤੀ ਮੂਲ ਦੀ ਕੋਈ ਲੜਕੀ ਹੈਗੀ ਆ ਜਿਹੜੀ ਐਜ਼ ਏ ਕੰਬੈਟ ਸੋਲਜਰ ਜਾਂ ਟੈਂਕਰ ਵਜੋਂ ਚੁਣੀ ਗਈ ਅਮਰੀਕਾ ਦੇ ਵਿੱਚ ਹਾਂਜੀ ਜਦੋਂ ਟ੍ਰੇਨ ਕਰਦੇ ਸੀ ਨਾ ਸਾਡਾ 4th ਵੀਕ ਸੀਗਾ ਤਾਂ ਮੇਰੇ ਕੰਪਨੀ ਕਮਾਂਡਰ ਨੇ ਮੈਨੂੰ ਸੱਦਿਆ ਸੀਗਾ ਉਹਨੇ ਕਿਹਾ ਕਿ ਡੂ ਯੂ ਨੋ ਯੂ ਆਰ ਦ ਫਰਸਟ ਇੰਡੀਅਨ ਫੀਮੇਲ ਟੈਂਕਰ ਮੈਨੂੰ ਪਤਾ ਨਹੀਂ ਸੀਗਾ ਕਿਉਂਕਿ ਇੱਧਰ ਰਿਕਰੂਟਰ ਨੇ ਮੈਨੂੰ ਦੱਸਿਆ ਨਹੀਂ ਸੀਗਾ ਮੈਨੂੰ ਲੱਗਿਆ ਕਿ ਕੰਬੈਟ MOS ਕਾਫੀ ਲਾਈਕ ਪਹਿਲਾਂ ਤੋਂ ਸ਼ੁਰੂ ਆ ਫੀਮੇਲਸ ਲਈ ਬਟ ਪਤਾ ਨਹੀਂ ਸੀਗਾ ਕਿ ਆਹੀ ਸਾਲ ਇਹਨਾਂ ਨੇ ਸ਼ੁਰੂ ਕੀਤਾ ਸੀ ਨਾ ਸੋ ਮੈਂ ਕਿਹਾ ਨੋ ਸਰ ਲਾਈਕ ਮੈਨੂੰ ਪਤਾ ਨਹੀਂ ਸੀਗਾ ਐਂਡ ਦੈਨ ਹੀ ਸੈਡ ਕਿ your parents should be really proud of you and everybody else that knows that you're the first Indian female tanker ਹਾਂਜੀ I was shocked because ਮੈਨੂੰ ਪਤਾ ਨਹੀਂ ਸੀਗਾ ਕਿ ਸੱਚੀ ਇਹੀ ਆ I was like no ਪਹਿਲਾਂ ਹੋਣੀਆਂ ਹੀ ਆ you know but no like ਜਿਹੜੇ ਹੈਗੇ ਦੂਜੇ MOS ਵਾਲੇ ਉਹ ਰੀਕਲਾਸ ਕਰ ਸਕਦੇ ਆ but not primary MOS ਨਹੀਂ ਹੋਣਾ ਉਹਨਾਂ ਦਾ ਉਹ secondary ਹੋਣਾ so as in primary and so far I'm the first Indian female ਹਾਂਜੀ ਸੋ ਇਹ ਬਹੁਤ ਵਧੀਆ ਗੱਲ ਹੈ ਅੱਛਾ ਇਹ ਇੱਕ ਹੋਰ ਛੋਟੀ ਜਿਹੀ ਬ੍ਰੇਕ ਲਵਾਂਗੇ ਕਿਉਂਕਿ ਵੇਲਾ ਹੋ ਗਿਆ ਬ੍ਰੇਕ ਦਾ ਇਸ ਤੋਂ ਬਾਅਦ ਇਹਨਾਂ ਦੇ ਪੇਰੈਂਟਸ ਨਾਲ ਇਹਨਾਂ ਦੇ ਮਾਤਾ ਪਿਤਾ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਉਹਨਾਂ ਨੇ ਹੌਸਲਾ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਦੀ ਲੜਕੀ ਜਿਹੜੀ ਆ ਕੰਬੈਟ ਜਿਹੜੀ ਸੋਲਜਰ ਬਣੀ ਹੈ ਔਰ ਅੱਗੇ ਉਹਨਾਂ ਦੇ ਕੀ ਪਲੈਨਿੰਗ ਨੇ ਇਹਨੂੰ ਲੈ ਕੇ ਇਹ ਇੱਕ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਦ ਤੱਕ ਕਿਤੇ ਜਾਈਓ ਨਾ ਮੁੜ ਜਲਦੀ ਹਾਜ਼ਰ ਹੁੰਦੇ ਆ
ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਸ੍ਰਿਸ਼ਟੀ ਜਾਖੜ ਦੇ ਪੇਰੈਂਟਸ ਸਾਡੇ ਨਾਲ ਇਸ ਵੇਲੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿੱਦਾਂ ਦਾ ਉਹਨਾਂ ਦਾ ਰਵੱਈਆ ਰਿਹਾ ਸੀ ਜਦੋਂ ਆ ਕੇ ਸ੍ਰਿਸ਼ਟੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਆਰਮਡ ਫੋਰਸਿਸ ਜੁਆਇਨ ਕਰਨੀ ਆ। ਉਹਨਾਂ ਦੇ ਫਾਦਰ ਕੀ ਨਾਮ ਹੈ ਜੀ ਆਪਣਾ ਸ਼ੁਭ ਨਾਮ? ਜਗਬੀਰ ਸਿੰਘ ਜੀ। ਅੱਛਾ, ਜਦੋਂ ਸ੍ਰਿਸ਼ਟੀ ਨੇ ਆ ਕੇ ਤੁਹਾਨੂੰ ਕਿਹਾ ਵੀ ਮੈਂ ਐਜ਼ ਏ ਕੰਬੈਟ ਸੋਲਜਰ ਜੁਆਇਨ ਕਰਨਾ ਆਰਮੀ ਦੇ ਵਿੱਚ, US ਆਰਮੀ 'ਚ, ਫਸਟ ਟਾਈਮ ਆਈ ਥਿੰਕ ਵੈਰੀ scared because she told me I want to join the US ਆਰਮੀ। ਉਹਦੇ ਬਾਅਦ ਫਿਰ ਮੈਂ ਸੋਚਿਆ ਸੀ ਚਲੋ ਪਹਿਲੇ ਤਾਂ ਇਹ ਸੀ ਡਾਕਟਰ ਬਣਨ ਦਾ ਇਹਦਾ ਏਮ ਸੀ, ਪਾਪਾ ਮੈਂ ਡਾਕਟਰ ਬਣਨਾ ਹੈ। ਤਾਂ ਉਹਦੇ ਬਾਅਦ ਇਹਨੇ ਦੱਸਿਆ ਕਿ ਮੈਂ ਮਿਲਟਰੀ ਜੁਆਇਨ ਕਰਨੀ ਹੈ। ਉਸ ਟਾਈਮ ਥੋੜ੍ਹਾ ਸ਼ੌਕ ਜ਼ਿਆਦਾ ਲੱਗਿਆ, ਮੈਂ ਪਤਾ ਨਹੀਂ ਬੇਟੇ ਨੂੰ ਕਰਾਉਣਾ ਚਾਹੁੰਦੇ ਸੀ ਮੈਡੀਕਲ ਤੇ ਜਾਣਾ ਚਾਹੁੰਦੀ ਹੁਣ ਆਰਮੀ। ਤਾਂ ਜਿੱਦਾਂ ਸਾਡੀ ਵੀ ਬੈਕਗਰਾਊਂਡ ਮਿਲਟਰੀ ਦੀ ਰਹੀ ਹੈ, ਜਿੱਦਾਂ ਸ੍ਰਿਸ਼ਟੀ ਦੇ ਦਾਦਾ ਜੀ 2 ਬ੍ਰਦਰ ਸੀ ਉਹ ਵੀ ਮਿਲਟਰੀ 'ਤੇ ਸੀ। ਉਹਦੇ ਬਾਅਦ ਮੇਰੇ 3 ਭਣੋਈਆਂ ਹੈ, ਉਹਨਾਂ ਦੇ ਵਿੱਚ 2 ਭਣੋਈ ਉਹ ਏਅਰਫੋਰਸ ਇੰਡੀਆ ਏਅਰਫੋਰਸ ਵਿੱਚ ਹੈਗੇ ਨੇ, ਤਾਂ ਮੈਂ ਵੀ ਹਰਿਆਣਾ ਪੁਲਿਸ ਵਿੱਚ ਸੀ। तो मैंने कहा चलो फैमिली बैकग्राउंड साड़ी इदा दी सी, तो मैंने कहा मैंने अप्रूव कर दिया। मैं ठीक है बेटा जैसे आपकी इच्छा है तो वैसे कर लीजिए तुसी। तो इन्हें ਤਾਂ ਮਿਲਟਰੀ ਜਾ ਕੇ ਜੁਆਇਨ ਕਰ ਲਈ। ਅੱਛਾ, ਮਾਂ ਦਾ ਦਿਲ ਬੜਾ ਨਾ ਆਪਣੇ ਬੱਚਿਆਂ ਨੂੰ ਲੈ ਕੇ ਬੜਾ ਕੋਮਲ ਹੁੰਦਾ ਹੈ। ਉਹ ਜਦੋਂ ਇਹੋ ਜਿਹੀ ਗੱਲ ਆ ਕੇ ਜਦੋਂ ਸ੍ਰਿਸ਼ਟੀ ਨੇ ਆ ਕੇ ਤੁਹਾਨੂੰ ਦੱਸਿਆ ਵੀ ਕੰਬੈਟ ਸੋਲਜਰ ਜੁਆਇਨ ਉਹਨੇ ਕੀਤਾ ਵਾ, ਤੇ ਉਦੋਂ ਕਿੱਦਾਂ ਦਾ ਲੱਗਿਆ? ਕੁਛ ਨਹੀਂ, वाकई ये जो मोमेंट थे नहीं बोल सकता। इनको ये लगा कि एक माँ के नाते कि जैसे हमारे इंडिया में इतनी लड़कियां नहीं ज्वाइन करती हैं हरियाणा पुलिस लगा लो या मिलिट्री, तो इन्होंने कहीं नहीं बेटे, लेकिन इन्होंने कहा कोई नहीं मम्मी मुंडे भी तो करते हैं, मैं ही कर लाँगी गल होगी, मैं करके दिखावांगी ਤੁਹਾਨੂੰ। तो ਤਾਂ ਕਰਕੇ इन्होंने कहा ठीक है, इन्होंने हौसला अफजाई किया बाद ਵਿੱਚ ठीक है ਤੁਸੀਂ ਕਰੋ ਜਿੱਦਾਂ ਤੁਹਾਨੂੰ ਪਸੰਦ ਆਉਂਦਾ ਹੈ। ਅੱਛਾ, ਹੁਣ ਇੱਕ ਗੱਲ ਦੱਸੋ, ਹੁਣ ਤੁਸੀਂ ਇੱਥੇ ਆਓ, ਮੇਰੇ ਨਾਲ ਆਓ ਪਹਿਲਾਂ ਤਾਂ, ਇੱਕ ਮਿੰਟ ਇੱਧਰ ਆਓ। ਅੱਛਾ, ਹੁਣ ਤੁਸੀਂ ਆਪਣਾ ਬੱਚਾ ਦੇਖੋ, ਤੁਸੀਂ ਡਰੈਸ ਕੋਡ ਦੇ ਵਿੱਚ ਇਸ ਵੇਲੇ ਨਾ ਕਿੱਦਾਂ ਦਾ ਫੀਲ ਕਰਦੇ ਹੋ? ਚਲੋ ਇਹ ਦੱਸੋ ਹੁਣ ਤੁਸੀਂ। ਉਹ ਤਾਂ अब तो बहुत ਵਧੀਆ ਲੱਗ ਰਿਹਾ ਸੀ। ਹੁਣ ਵਧੀਆ ਲੱਗਦਾ? ਹਾਂਜੀ ਹਾਂਜੀ, ਪਰ ਬੱਚੇ ਨੂੰ ਭੇਜਣਾ ਬਹੁਤ ਮੁਸ਼ਕਿਲ ਹੈਗਾ। ਉਹ ਤਾਂ ਹੈ ਹੀ ਹੈ ਜੀ। ਹਾਂਜੀ, ਤੇ ਜਦੋਂ ਇਹਨੇ ਆ ਕੇ ਦੱਸਿਆ ਸੀਗਾ ਉਦੋਂ ਕਿੱਦਾਂ ਦਾ ਲੱਗਿਆ? ਉਦੋਂ ਹੌਸਲਾ ਦਿੱਤਾ, ਫਿਰ ਬਾਅਦ ਤੁਸੀਂ ਤੁਹਾਡੇ ਹੌਸਲੇ ਦੇ ਨਾਲ ਹੀ ਬੱਚਾ ਆ ਕੇ ਇੱਥੇ ਪਹੁੰਚਿਆ? ਹਾਂਜੀ ਹਾਂਜੀ, नहीं हौसला तो अब भी है, लेकिन बच्चे को दूर भेजना बहुत मुश्किल है जी। ਮੰਮਾ ਨੇ ਮੈਨੂੰ ਜਦੋਂ ਗ੍ਰੈਜੂਏਸ਼ਨ ਹੋਈ ਸੀ ਨਾ, ਮੰਮਾ ਨੇ ਕਿਹਾ ਸੀ ਕਿ ਆਪਾਂ ਯੂਨੀਫਾਰਮ TV 'ਚ ਦੇਖਦੇ ਹੁੰਦੇ ਆ, ਕਦੇ ਸੋਚਿਆ ਨਹੀਂ ਸੀਗਾ ਕਿ ਤੂੰ ਵੀ ਪਾ ਕੇ ਆਏਂਗੀ। ਸੋ ਆਈ ਫੈਲਟ ਰੀਅਲੀ ਪ੍ਰਾਊਡ ਕਿ ਮੰਮਾ ਪਾਪਾ ਲਈ ਕੀਤਾ ਜਿਹੜਾ ਕੀਤਾ ਹੈ ਨਾ। ਨਹੀਂ ਉਹ ਤਾਂ ਹੈ ਹੀ ਹੈ। ਅੱਛਾ, ਦੂਸਰਾ ਇੱਕ ਤੁਸੀਂ ਇਹ ਦੱਸੋ ਜੀ, ਤੁਸੀਂ 17 ਸਾਲ ਹਰਿਆਣਾ ਪੁਲਿਸ 'ਚ ਦਿੱਤੇ ਨੇ ਜੀ, ਹੈ ਨਾ ਜੀ। ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਕਾਫੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹੋ, ਔਰ ਬੱਚੇ ਨੂੰ ਜਦੋਂ ਡਾਕਟਰ ਬਣਾਉਣ ਦਾ ਕਿਹਾ ਔਰ ਇੱਕਦਮ ਡਾਕਟਰ ਤੋਂ ਮਨ ਚੇਂਜ ਹੋ ਗਿਆ ਵੀ ਬੱਚੇ ਦਾ ਵੀ ਮੈਂ ਆਰਮਡ ਫੋਰਸਿਸ 'ਚ ਜਾਣਾ, ਉਦੋਂ ਟੈਕਲ ਕਰਨਾ ਕਿੰਨਾ ਔਖਾ ਸੀ? ਹਾਂ, ਟੈਕਲ ਕਰਨਾ ਤਾਂ ਔਖਾ ਹੀ ਹੁੰਦਾ ਇੱਕ ਪੇਰੈਂਟ ਨਾਲ ਵੀ। ਬੱਚੇ ਨੂੰ ਮੈਂ ਬਣਾਉਣਾ ਚਾਹੁੰਦਾ ਸੀ ਡਾਕਟਰ, ਇਹਦਾ ਥੋਟ ਵੀ ਇਹੀ ਸੀ ਕਿ ਮੈਂ ਪਾਪਾ ਡਾਕਟਰ ਬਣਨਾ। ਉਹਦੇ ਬਾਅਦ ਜਿੱਦਾਂ ਬੱਚਾ ਇੱਕਦਮ ਚੇਂਜ ਕਰ ਲਿਆ ਆਪਣਾ ਮਾइंड, ਤਾਂ ਟੈਨਸ਼ਨ ਤਾਂ ਹੋ ਗਈ ਸੀ ਮੈਨੂੰ ਵੀ। ਮੈਂ ਹੁਣ ਇੱਦਾਂ ਦੀ ਫੋਰਸ ਵਿੱਚ ਜਾਣਾ ਚਾਹੁੰਦੀ ਹੈ ਕੁੜੀ। तो मैंने कहा चलो यही दिल ਨੂੰ ਸਮਝਾਇਆ। मैंने कहा चलो बेटा करके दिखाओ, आप ਤੁਸੀਂ ਕਰੋਗੇ ਤਾਂ ਮੈਨੂੰ ਵੀ ਚੰਗਾ ਲੱਗੇਗਾ। ਉਹ ਕਹਿੰਦੀ ਪਾਪਾ ਆਈ ਡੂ ਦੈਟ। मैंने कहा चलो। ਉਹਦੇ ਟਾਈਮ ਇਹਦਾ ਥੋੜਾ weight ਵੀ ਜ਼ਿਆਦਾ ਸੀ, ਤਾਂ मैंने कहा बेटे ਉੱਥੇ ਟ੍ਰੇਨਿੰਗ ਜਿੱਦਾਂ ਹਾਰਡ ਹੁੰਦੀ ਹੈ ਕਿ ਤੁਸੀਂ ਕਰ ਲੋਗੇ। ਉਹ ਕਹਿੰਦੀ ਨਹੀਂ ਪਾਪਾ ਮੈਂ ਲੂਜ਼ ਵੇਟ ਕਰਾਂਗੀ ਔਰ ਮੈਂ ਕਰਕੇ ਦਿਖਾਵਾਂਗੀ ਤੁਹਾਨੂੰ। तो ਵਧੀਆ ਕੀਤਾ ਇਹਨੇ ਉੱਥੇ ਜਾ ਕੇ। तो ਅੱਜ आई एम वेरी प्राउड ऑफ हर कि ਇਹਨੇ US मिलिट्री ਦੇ इन द फर्स्ट फीमेल एज ए टैंकर बन के। तो आई एम वेरी प्राउड ऑफ हर। ਔਰ ਜਦੋਂ ਡਰੈਸ ਦੇ ਵਿੱਚ ਪਹਿਲੀ ਵਾਰ ਇਹਨੇ ਡਰੈਸ ਪਾਈ ਹੋਣੀ ਹੈ, ਉਹ ਉਦੋਂ हाँ आई एम वेरी एक्साइटेड टू सी हर। पहली दफ़ा इन्हें जिदा ड्रैस पाई तो असी भी जिदा पहले पुलिस भी पाते सी ड्रैस अपने आप को महसूस करते सी भाई बड़ा दूजे बंदे देखते हैं पुलिस की ड्रैस वर्दी विच। तो इदा ही मैं इनू भी देखता जी। तो मैंने कहा एक US आर्मी की ड्रैस थोड़ी अलग ही होती है। मैंने यही देखा कि बड़ी, मैंने कहा आई एम वेरी हैप्पी फॉर हर। आफ्टर द ग्रेजुएशन दैन शी टोल्ड मी, ਮੈਨੂੰ ਲਫ਼ਜ਼ ਨਹੀਂ ਸੀ ਮੈਂ ਉਹਨੂੰ ਕੀ ਕਿਹਾ ਹਾਂ ਵੀ ਇੰਨਾ ਵਧੀਆ ਇਹਨੇ ਕੀਤਾ ਉੱਥੇ। ਔਰ ਐਜ ਉੱਥੇ ਜਿਹੜਾ ਟ੍ਰੇਨਿੰਗ ਦੇ ਅੰਦਰ ਇਹਦੀ ਸ਼ੂਟਿੰਗ ਵੀ ਬਹੁਤ ਵਧੀਆ ਸੀ। ਇਹ 98% ਇਹਨੇ ਸ਼ੂਟਿੰਗ ਵਿੱਚ ਨੰਬਰ ਲਿੱਤੇ ਸੀ, ਕੁੜੀਆਂ ਦੇ ਵਿੱਚ ਵੀ ਮੁੰਡਿਆਂ ਦੇ ਵਿੱਚ ਵੀ।
तो वधिया शूटर भी ਸੀ ਉੱਥੇ ਉਹਨਾਂ ਨੇ ਦੱਸਿਆ ਮੈਨੂੰ। ਅੱਛਾ ਸ੍ਰਿਸ਼ਟੀ, ਹੁਣ ਇੱਕ ਲਾਸਟ ਇੱਕ ਆਪਾਂ ਕਰਾਂਗੇ ਗੱਲਬਾਤ ਕਿ ਕੀ ਤੁਸੀਂ ਜਿਹੜਾ ਯੂਥ ਹੈ ਹਾਂਜੀ ਉਹਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਸਪੈਸ਼ਲੀ ਫੀਮੇਲਸ ਨੂੰ ਕਹਿਣਾ ਚਾਹੂੰਗੀ ਕਿ ਆਪਾਂ ਮੁੰਡਿਆਂ ਤੋਂ ਘੱਟ ਨਹੀਂ ਹੈਗੇ ਆ। ਇਹ ਨਾ ਸੋਚੋ ਕਿ ਉਹ ਇੰਨੇ ਉਹ ਕਰ ਸਕਦੇ ਆ ਤਾਂ ਅਸੀਂ ਨਹੀਂ ਕਰ ਸਕਦੇ। ਆਈ ਮੀਨ ਮੈਂ ਕੀਤਾ ਆ ਤਾਂ ਜਿਹੜੇ ਹੋਰ ਕਰਨਾ ਚਾਹੁੰਦੇ ਆ ਉਹ ਵੀ ਕਰ ਸਕਦੇ ਆ। ਐਂਡ ਆਈ ਥਿੰਕ ਪੇਰੈਂਟਸ ਨੂੰ ਵੀ ਕਹਿਣਾ ਚਾਹੂੰਗੀ ਕਿ ਜਿਹੜੇ ਬੱਚੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਚਾਂਸ ਦਿਓ ਇੱਕ, ਕਿਉਂਕਿ ਐਂਡ 'ਚ ਇੱਦਾਂ ਨਾ ਹੋਵੇ ਕਿ ਬੱਚੇ ਆ ਕੇ ਪੇਰੈਂਟਸ ਨੂੰ ਬਲੇਮ ਨਾ ਕਰਨ ਕਿ ਤੁਸੀਂ ਮੈਨੂੰ ਆ ਕਿਹਾ ਸੀ, ਹੁਣ ਮੈਂ ਲਾਈਫ ਲਈ ਸਟਕ ਹੋ ਗਏ ਉਹ ਜੋਬ ਨਾਲ। ਤਾਂ ਇੱਕ ਚਾਂਸ ਦਿਓ ਆਪਣੇ ਬੱਚੇ ਨੂੰ ਵੀ, ਜਿਹੜਾ ਉਹ ਚਾਹੁੰਦੇ ਆ ਕਰਨਾ ਉਹਨਾਂ ਨੂੰ ਕਰਨ ਦਿਓ। ਅਤੇ ਫੋਰ ਮੇਲਸ ਆਹੀ ਕਹੂੰਗੀ ਕਿ ਇਹ ਨਾ ਸਮਝੋ ਕਿ ਕੁੜੀਆਂ ਘੱਟ ਆ, ਅੱਜ ਕੱਲ੍ਹ ਨਹੀਂ ਹੈਗੀਆਂ। ਐਂਡ ਟ੍ਰੇਨਿੰਗ 'ਚ ਮੁੰਡੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਕੁੜੀਆਂ ਹੋ, ਤੁਸੀਂ ਲਾਈਕ ਹੋਣਾ ਨਹੀਂ ਚਾਹੀਦਾ ਇੱਥੇ, ਤੁਹਾਡੇ ਤੋਂ ਆਹ ਨਹੀਂ ਕਰ ਹੁੰਦਾ, ਕਿਉਂਕਿ ਆਪਣੇ PT ਸਟੈਂਡਰਡ ਡਿਫਰੈਂਟ ਹੁੰਦੇ ਆ ਨਾ। ਤਾਂ ਉਹਨਾਂ ਨੂੰ ਆਹੀ ਸੀਗਾ ਕਿ ਕੁੜੀਆਂ ਤੋਂ ਕਰ ਨਹੀਂ ਹੁੰਦਾ, ਬਟ ਜਦ ਐਂਡ 'ਚ ਕਰਕੇ ਦਿਖਾਇਆ ਉਹਨਾਂ ਨੂੰ, ਫਿਰ ਬਾਅਦ 'ਚ ਉਹ ਵੀ ਕਹਿੰਦੇ ਆ ਕਿ ਤੁਸੀਂ ਵੀ ਘੱਟ ਨਹੀਂ ਹੈਗੇ ਹੋ। ਸੋ ਇਟਸ ਜਸਟ ਸਟੇ ਮੋਟੀਵੇਟਡ ਐਂਡ ਡੂ ਵਟ ਯੂ ਵਾਂਟ ਟੂ ਡੂ। ਆਪਣੇ ਦਿਲ ਦੀ ਸੁਣੋ ਸਭ ਤੋਂ ਪਹਿਲਾਂ, ਤਾਂ ਆਪਣੇ ਆਪ ਨੂੰ ਖੁਸ਼ ਕਰੋ, ਬਾਅਦ 'ਚ ਦੂਜਿਆਂ ਨੂੰ ਖੁਸ਼ ਕਰੋ। ਯੂ ਫਿਕਸ ਐਗਜ਼ਾਮਪਲ ਫॉर द ਫੀਮੇਲ ਕੈਟਾਗਰੀ, ਖਾਸ ਕਰਕੇ ਜੇ ਆਪਾਂ ਦੂਜੀ ਕਮਿਊਨਿਟੀ ਦੀ, ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ ਜਿਹੜੇ ਅਮਰੀਕਾ 'ਚ ਆਏ ਹੋਏ ਨੇ, ਉਹਨਾਂ ਲਈ ਇੱਕ ਐਗਜ਼ਾਮਪਲ ਤੁਸੀਂ ਫਿਕਸ ਕੀਤਾ ਹੈ ਐਜ਼ ਅ ਫਸਟ ਵੂਮਨ Indian woman female combat soldier. ਹਾਂਜੀ, ਸੋ ਇਹ ਕਹੂੰਗੀ ਇਫ ਯੂ ਵਾਂਟ ਟੂ ਡੂ ਇਟ, ਗਿਵ ਇਟ ਅ ਟਰਾਈ। ਇਟਸ ਨਥਿੰਗ ਬੈਡ। ਇਹਦੇ 'ਚ ਡਰਨ ਦੀ ਗੱਲ ਨਹੀਂ ਹੈਗੀ। ਆਈ ਮੀਨ ਯੂਰ ਬੈਟਲ ਬਡੀਜ਼ ਆਰ ਫਾਈਟਿੰਗ ਫॉर ਯੂ। ਆਪਣੀ ਆਹ ਕੰਟਰੀ ਸੇਫ ਰੱਖਣ ਲਈ ਗੋਰੇ ਵੀ ਕਰ ਰਹੇ, ਕਾਲੇ ਵੀ ਕਰ ਰਹੇ, ਸਾਰੇ ਕਰ ਰਹੇ। ਸੋ ਵਾਈ ਨਾਟ ਯੂ ਜਸਟ ਸਟੈਪ ਆਊਟ ਆਫ ਯੂਰ ਕੰਫਰਟ ਜ਼ੋਨ, ਯੂ ਨੋ, ਕੁਛ ਅਲੱਗ ਵੀ ਕਰਕੇ ਦੇਖੋ ਐਂਡ ਮੇਬੀ ਯੂ ਲਾਈਕ ਇਟ। ਜੇ ਨਹੀਂ ਪਸੰਦ ਆਉਂਦਾ ਦੈਨ ਯੂ ਹੈਵ ਅਦਰ ਆਪਸ਼ਨਸ। ਸ਼ੁਕਰੀਆ PTC ਨਿਊਜ਼ ਨਾਲ ਗੱਲ ਕਰਨ ਲਈ ਜੀ। ਇਹ ਇੱਕ ਬਹੁਤ ਵੱਡਾ ਐਗਜ਼ਾਮਪਲ ਜਿਹੜਾ ਸੈਟਅਪ ਕੀਤਾ ਹੈਗਾ ਜਿਹੜਾ ਸ੍ਰਿਸ਼ਟੀ ਜਾਖੜ ਨੇ, ਕਿ ਫਸਟ ਇੰਡੀਅਨ ਵੂਮਨ ਬਣੀ ਹੈ ਜਿਹੜੀ ਕਿ ਕੰਬੈਟ ਸੋਲਜਰ ਐਜ਼ ਅ ਟੈਂਕਰ US ਆਰਮੀ ਦੇ ਵਿੱਚ ਚੁਣੀ ਗਈ ਹੈ। ਔਰ ਇਹਦੇ ਨਾਲ ਹੀ ਉਹ ਬਾਕੀ ਯੂਥ ਨੂੰ ਵੀ ਹੌਸਲਾ ਦੇ ਰਹੀ ਹੈ, ਬਾਕੀ ਯੂਥ ਨੂੰ ਵੀ ਇਹ ਸਲਾਹ ਦੇ ਰਹੀ ਹੈ ਕਿ ਜੋ ਦਿਲ ਚਾਹੁੰਦਾ ਉਹ ਜ਼ਰੂਰ ਕਰੋ। ਔਰ ਲੜਕੀਆਂ ਵੀ ਉਹ ਸਭ ਕੁਝ ਕਰ ਸਕਦੀਆਂ ਨੇ ਜੋ ਲੜਕੇ ਕਰ ਸਕਦੇ ਨੇ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਸਾਨੂੰ ਆਪਣੇ ਵਿਚਾਰ ਜ਼ਰੂਰ ਲਿਖ ਭੇਜਣਾ। ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਨੂੰ ਕਰਾਵਾਂਗੇ ਮੁਲਾਕਾਤ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਆਪਣੇ ਵਿਚਾਰ ਸਾਨੂੰ feedback@ptcnetwork.tv ਤੇ ਜ਼ਰੂਰ ਲਿਖਿਓ ਜੀ।